ਪੰਜਵਾਂ ਕਾਂਡ। ਉੱਪਰ ਲਿਖੇ ਸਮਾਚਾਰ ਨੂੰ ਕੁਝ ਦਿਨ ਬੀਤ ਗਏ ਹਨ। ਭੀੜੀ ਜੂ ਵਿਖੇ ਫੇਰ ਜੰਗਲ ਵਿੱਚ ਮੰਗਲ ਹੋ ਰਿਹਾ ਹੈ। ਬਣ ਦੇ ਬਿਰਛਾਂ ਹੇਠ ਧਰਮੀ ਬਹਾਦਰਾਂ ਦੀ ਗਹਿਮਾ ਗਹਿਮੀ ਹੋ ਰਹੀ ਹੈ। ਕੋਈ ਪਾਠ ਕਰ ਰਿਹਾ ਹੈ, ਕੋਈ ਕੱਪੜੇ ਪਹਿਨਦਾ ਹੈ, ਕੋਈ ਲੰਗਰ ਵਾਸਤੇ ਲੱਕੜਾਂ ਢੂੰਡ ਰਿਹਾ ਹੈ, ਕੋਈ ਫਲਾਂ ਦੀ ਭਾਲ ਵਿੱਚ ਹੈ। ਮਾਨੋ ਇਹ ਸ਼ੇਰ ਆਪਣੇ ਆਨੰਦ ਭਵਨ ਵਿੱਚ ਨਿਸ਼ਚਿੰਤ ਮੌਜਾਂ ਲੁੱਟ ਰਹੇ ਹਨ। ਇਹਨਾਂ ਨੂੰ ਇਹ ਗੱਲ ਚੇਤੇ ਵੀ ਨਹੀਂ ਕਿ ਸਾਡੇ ਮਾਪੇ ਕਿੱਥੇ ਹਨ ਤੇ ਘਰ-ਬਾਰ ਕਿਹੜੇ ਪਾਸੇ ਹਨ। ਇਹਨਾਂ ਦੇ ਰੋਮ ਰੋਮ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੀਤ ਸਮਾ ਰਹੀ ਹੈ ਔਰ ਧਰਮ ਦੀ ਰਾਖੀ ਕਰਨਾ ਇਹਨਾਂ ਨੇ ਆਪਣੇ ਜਨਮ ਦਾ ਕੰਮ ਸਮਝਿਆ ਹੋਇਆ ਹੈ। ਇਸ ਕਰਕੇ ਅਜਿਹੇ ਡਰਾਉਣੇ ਬਣਾ ਵਿੱਚ ਨਿਰਭੈ ਸ਼ੇਰਾਂ ਵਾਂਗ ਗੱਜ ਰਹੇ ਹਨ। ਰਾਤ ਦਾ ਵੇਲਾ ਹੈ। ਸਾਰੀ ਸੰਗਤ ਪ੍ਰਸ਼ਾਦ ਛਕ ਕੇ ਸੌਣ ਦੇ ਆਹਰ ਪਾਹਰ ਵਿੱਚ ਹੈ। ਇੱਕ ਚਾਦਰੇਪੁਰ ਸੂਰਬੀਰਾਂ ਦੇ ਸ਼੍ਰੋਮਣੀ ਸ਼ਾਮ ਸਿੰਘ ਜੀ ਬੈਠੇ ਹਨ। ਗੱਲਾਂ ਹੋ ਰਹੀਆਂ ਹਨ। ਸ਼ਾਮ ਸਿੰਘ ਜੀ ਬੋਲਦੇ ਹਨ, ਫੇਰ ਬੀਬੀ ਜੀ ਕੀ ਸੰਕਲਪ ਹੈ? ਸੁਰਸਤੀ ਨੇ ਜਵਾਬ ਦਿੱਤਾ, ਜਿਸ ਤਰ੍ਹਾਂ ਆਪ ਦੀ ਆਗਿਆ ਹੋਵੇ। ਸ਼ਾਮ ਸਿੰਘ ਜੀ ਬੋਲੇ, ਸਾਡੀ ਆਗਿਆ ਕੀ? ਜਿਵੇਂ ਤੁਹਾਡੀ ਪ੍ਰਸੰਨਤਾ ਹੋਵੇ ਅਸੀਂ ਉਸੇ ਤਰ੍ਹਾਂ ਕਰ ਦੇਵੀਏ। ਜੇ ਤੁਸੀਂ ਚਾਹੋ ਤਾਂ ਤੁਹਾਡੇ ਸੁਆਮੀ ਨੂੰ ਫੜ ਲਿਆਵੀਏ ਤੇ ਤੁਸੀਂ ਉਸ ਨਾਲ ਵਸੋ। ਜੇ ਤੁਹਾਨੂੰ ਉੱਥੇ ਪਹੁੰਚਾ ਦਈਏ ਤਾਂ ਪਹੁੰਚਾ ਸਕੀਦਾ ਹੈ, ਪਰ ਮੁਗਲ ਨੇ ਪਿੱਛਾ ਨਹੀਂ ਛੋੜਨਾ। ਇਹ ਤਾਂ ਆਪੇ ਮੁੜ ਉਸ ਦੇ ਵੱਸ ਪੈ ਜਾਣਾ ਹੋਏਗਾ। ਜੋ ਗੱਲ ਤੁਸੀਂ ਕਹੋ ਹੋ ਜਾਸੀ। ਬਲਵੰਤ ਸਿੰਘ ਸਾਡਾ ਭਰਾ ਹੈ। ਸਾਰੇ ਸਿੰਘ ਇਸ ਨੂੰ ਪਿਆਰ ਕਰਦੇ ਹਨ। ਇਹ ਪੂਰਾ ਸਿੰਘ ਹੈ ਤੇ ਵੱਡਾ ਯੋਧਾ ਹੈ। ਤੁਸੀਂ ਇਸ ਦੀ ਭੈਣ ਹੋ। ਸਭ ਖਾਲਸਾ ਆਪ ਨੂੰ ਭੈਣ ਵੱਤ ਸਮਝਦਾ ਹੈ। ਸੁਰਸਤੀ ਨੇ ਜਵਾਬ ਦਿੱਤਾ, ਮਹਾਰਾਜ ਭਰਾਤਾ ਜੀ, ਗ੍ਰਹਿਸਥ ਮਾਰਗ ਤੋਂ ਮੇਰਾ ਚਿੱਤ ਉਪਰਾਮ ਹੈ ਔਰ ਭਰਤਾ ਜੀ ਮੈਨੂੰ ਆਪ ਤਿਆਗ ਗਏ ਹਨ। ਮੇਰੀ ਰੱਖਿਆ ਕਰਨੀ ਉਹਨਾਂ ਦਾ ਧਰਮ ਸੀ, ਜਿਸ ਵੱਲੋਂ ਉਹ ਕੰਨੀ ਕਤਰਾ ਗਏ ਹਨ। ਮੈਂ ਹੁਣ ਮੁੜ ਉਸ ਧੰਦੇ ਵਿੱਚ ਪੈਣਾ ਨਹੀਂ ਚਾਹੁੰਦੀ। ਮੇਰੀ ਵਾਸਨਾ ਇਹ ਹੈ ਕਿ ਮੇਰੀ ਉਮਰਾ ਖਾਲਸਾ ਜੀ ਦੀ ਸੇਵਾ ਵਿੱਚ ਸਫਲੀ ਹੋਵੇ। ਜੇਕਰ ਆਪ ਆਗਿਆ ਬਖਸ਼ੋ ਤਾਂ ਮੈਂ ਆਪਣੇ ਭਰਾਵਾਂ ਵਿੱਚ ਰਹਾਂ। ਜਦ ਸੁੱਖ ਦੇ ਦਿਨ ਹੋਣ ਤਾਂ ਲੰਗਰ ਆਦਿਕ ਦੀ ਸੇਵਾ ਕਰਾਂ। ਜਦ ਯੁੱਧ ਚੜ੍ਹੋਂ ਤਦ ਵੀ ਮੈਂ ਨਾਲ ਰਹਾਂ ਔਰ ਘਾਇਲ ਭਰਾਵਾਂ ਦੀ ਮੱਲਮ ਪੱਟੀ ਕਰਾਂ। ਮੈਥੋਂ ਇਹ ਨਹੀਂ ਡਿੱਠਾ ਜਾਂਦਾ ਕਿ ਮੇਰਾ ਵੀਰ ਧਰਮ ਪਿੱਛੇ ਜਾਨ ਤਲੀ ਪਰ ਧਰੀ ਫਿਰੇ ਤੇ ਮੈਂ ਆਪਣਾ ਜੀਵਨ ਧਰਮ ਅਰਪਣ ਨਾ ਕਰ ਸਕਾਂ। ਇਹ ਦਾਨ ਕਰੋ ਕਿ ਤੁਸਾਂ ਜੀ ਦੀ ਕਿਰਪਾ ਨਾਲ ਬਾਣੀ ਪੜ੍ਹਾਂ, ਨਾਮ ਜਪਾਂ ਤੇ ਸੇਵਾ ਕਰਾਂ। ਜੇ ਮੇਰਾ ਜੀਵਨ ਧਰਮ ਦੇ ਅਰਪਣ ਹੋਵੇ ਤਦ ਮੇਰੇ ਵਰਗੀ ਭਾਗਾਂ ਵਾਲੀ ਕੌਣ ਹੈ? ਸ਼ਾਮ ਸਿੰਘ ਵਰਗੇ ਸ਼ੇਰ ਦੀਆਂ ਅੱਖਾਂ ਵਿੱਚ ਜਲ ਭਰ ਆਇਆ ਔਰ ਸਿਰ ਤੋਂ ਪੈਰਾਂ ਤੱਕ ਥਰਰਾ ਗਿਆ। ਪਰ ਫਿਰ ਸੋਚ ਕੇ ਬੋਲਿਆ, ਸਾਡਾ ਜੀਵਨ ਬੜਾ ਖੁਰਦਰਾ ਹੈ। ਮੁਸੀਬਤਾਂ ਦਾ ਸਾਹਮਣਾ ਰਹਿੰਦਾ ਹੈ। ਖਾਸ ਕਰ ਅੱਜ ਕੱਲ੍ਹ ਤਾਂ ਅਸੀਂ ਆਪਣੇ ਇਲਾਕੇ ਵੀ ਨਹੀਂ ਜਾ ਸਕਦੇ। ਤੁਸੀਂ ਦਲਾਂ ਦੇ ਦੁੱਖਾਂ ਵਿੱਚ ਕਿੱਕੂ ਨਿਭਸੋ। ਸੁਰਸਤੀ ਨੇ ਜਵਾਬ ਦਿੱਤਾ, ਨਿਭਾਉਣ ਵਾਲਾ ਸਤਿਗੁਰ ਹੈ। ਮੈਂ ਸਾਰੇ ਦੁੱਖ ਝੱਲਾਂਗੀ ਔਰ ਜਨਮ ਸੇਵਾ ਵਿੱਚ ਸਫਲ ਕਰਾਂਗੀ। ਸਰਦਾਰ ਫਿਰ ਕੁਝ ਸੋਚ ਕੇ ਬੋਲਿਆ, ਤੂੰ ਇਸਤਰੀ ਨਹੀਂ ਦੇਵੀ ਹੈ। ਧੰਨ ਤੇਰਾ ਜਨਮ ਹੈ ਜਿਸ ਨੂੰ ਧਰਮ ਨਾਲ ਐਡਾ ਪਿਆਰ ਹੈ। ਬੀਬੀ ਭੈਣ ਤੇਰੀ ਭਾਉਣੀ ਕਰਤਾਰ ਪੂਰੀ ਕਰੇ। ਮੇਰੇ ਵੱਲੋਂ ਤੈਨੂੰ ਖੁੱਲ੍ਹੀ ਛੁੱਟੀ ਹੈ। ਤੂੰ ਜਿਕਰ ਚਾਹੇ ਪੰਥ ਦੀ ਸੇਵਾ ਕਰ। ਆਪਣਾ ਜਨਮ ਸਫਲ ਕਰ ਲੈ। ਮਰਦ ਬਣ ਜਾਏ ਤਾਂ ਨਿਭ ਸਕੇਂਗੀ। ਬਲਵੰਤ ਸਿੰਘ ਬੋਲਿਆ, ਭੈਣ ਸ਼ਾਬਾਸ਼, ਤੇਰੇ ਪਰ ਗੁਰੂ ਦੀਆਂ ਖੁਸ਼ੀਆਂ। ਸੱਚਮੁੱਚ ਤੂੰ ਗੁਰੂ ਜੀ ਦੀ ਪੁੱਤਰੀ ਹੈ। ਤੇਰਾ ਹੌਸਲਾ ਸ਼ੇਰਾਂ ਵਰਗਾ ਹੈ। ਕਰਤਾਰ ਤੇਰੀ ਸਹਾਇਤਾ ਕਰੇ। ਮਾਈ ਭਾਗੋ ਜੀ ਦਾ ਹੱਥ ਤੇਰੇ ਸਿਰ ਤੇ ਹੋਵੇ। ਸੁਰਸਤੀ ਨੇ ਫਰਮਾਇਆ, ਵੀਰ ਜੀ, ਇਹ ਦੇਹੀ ਬਿਨਸਨ ਹਾਰ ਹੈ, ਅੰਤ ਬਿਨਸਨੀ ਹੈ। ਫਿਰ ਜੇ ਪੰਥ ਦੀ ਸੇਵਾ ਵਿੱਚ ਬਿਨਸੇ ਤਦ ਇਸ ਤੋਂ ਵੱਧ ਕੇ ਕੀ ਲਾਹਾ ਹੈ? ਕਿਵੇਂ ਸਾਡੇ ਸਤਿਗੁਰ ਜੀ ਦੇ ਸਾਹਿਬਜ਼ਾਦਿਆਂ ਨੇ ਜਾਨਾਂ ਵਾਰੀਆਂ ਤੇ ਕਿਵੇਂ ਹੱਸ ਕੇ ਭਾਈ ਮਨੀ ਸਿੰਘ ਜੀ ਨੇ ਜਾਨ ਦਿੱਤੀ ਹੈ। ਜਦ ਵੀਰ ਜੀ ਇਹੋ ਜਿਹੇ ਮਹਾਤਮਾ ਕੁਰਬਾਨ ਹੋ ਰਹੇ ਹਨ
ਤਾਂ ਅਸੀਂ ਆਪਣੀ ਜਾਨ ਨੂੰ ਕਿਸ ਦਿਨ ਲਈ ਸਾਂਭ ਕੇ ਰੱਖੀਏ। ਮਾਂ ਪਿਓ ਸਾਕ ਅੰਗਾਂ ਨੂੰ ਪ੍ਰਤੱਖ ਦੇਖ ਆਈ ਹਾਂ ਕਿ ਉਹਨਾਂ ਦੇ ਮੋਹ ਕੂੜੇ ਹਨ। ਤੁਸਾਂ ਜੋ ਬਲਦੀ ਚਿਖਾ ਤੋਂ ਮੈਨੂੰ ਬਚਾ ਆਂਦਾ ਤੇ ਆਪਣੀ ਜਾਨ ਕਸ਼ਟਾਂ ਵਿੱਚ ਪਾਈ, ਤਾਂ ਤੁਸਾਂ ਸਧਾਰਨ ਭਰਾਵਾਂ ਵਾਂਗੂ ਨਹੀਂ ਕੀਤਾ। ਤੁਹਾਡੇ ਹਿਰਦੇ ਵਿੱਚ ਧਰਮ ਸੀ, ਤੁਹਾਡੇ ਮਨ ਵਿੱਚ ਗੁਰਾਂ ਦੀ ਪ੍ਰੀਤੀ ਸੀ, ਤੁਹਾਡੇ ਅੰਦਰ ਅਣਖ ਗੈਰਤ ਸੀ। ਇਸ ਕਰਕੇ ਤੁਸੀਂ ਮੇਰੇ ਤੇ ਐਡੀ ਦਇਆ ਕੀਤੀ। ਹੁਣ ਜਦ ਮੈਂ ਸੋਚਦੀ ਹਾਂ ਕਿ ਧਰਮ ਅਜਿਹੀ ਪਵਿੱਤਰ ਵਸਤੂ ਹੈ ਕਿ ਇਸ ਨਾਲ ਜੋ ਕੰਮ ਹੁੰਦਾ ਹੈ ਸੋ ਦ੍ਰਿੜ ਤੇ ਸੱਚਾ ਅਰ ਅਟਲ ਹੁੰਦਾ ਹੈ, ਤਾਂ ਮੈਂ ਇਸ ਤੋਂ ਕਿਉਂ ਮੂੰਹ ਮੋੜਾਂ। ਤੁਹਾਡੇ ਮਨ ਵਿੱਚ ਇਹ ਸੰਸਾ ਹੋਊ ਕਿ ਤੀਵੀਂ ਜੀਕੁਰ ਸਰੀਰ ਕਰਕੇ ਨਿਰਬਲ ਹੁੰਦੀ ਹੈ, ਉੱਕਰ ਹੀ ਮਨ ਕਰਕੇ ਵੀ ਨਿਰਬਲ ਹੈ। ਪਰ ਇਸ ਸੰਸੇ ਨੂੰ ਵੀ ਨਿਵਰਤ ਕਰ ਦਿਓ। ਇਸਤਰੀ ਦਾ ਮਨ ਮੋਮ ਵਰਗਾ ਨਰਮ ਤੇ ਪੱਥਰ ਵਰਗਾ ਕਰੜਾ ਹੁੰਦਾ ਹੈ, ਅਤੇ ਧਰਮ ਦੀ ਪਾਣ ਜਦ ਇਸਤਰੀ ਦੇ ਮਨ ਪੁਰ ਚੜ੍ਹਦੀ ਹੈ ਤਦ ਉਹ ਐਸੀ ਦ੍ਰਿੜ ਹੁੰਦੀ ਹੈ ਕਿ ਉਸ ਨੂੰ ਕੋਈ ਹਿਲਾ ਨਹੀਂ ਸਕਦਾ। ਮੈਂ ਇਹ ਗੱਲ ਸ਼ੇਖੀ ਮਾਰ ਕੇ ਨਹੀਂ ਆਖਦੀ, ਪਰ ਨਿਰਾ ਸਤਿਗੁਰਾਂ ਦੀ ਕਿਰਪਾ ਪਰ ਭਰੋਸਾ ਰੱਖ ਕੇ ਆਖਦੀ ਹਾਂ। ਇਹ ਸੁਣ ਕੇ ਸ਼ਾਮ ਸਿੰਘ ਤੇ ਬਲਵੰਤ ਸਿੰਘ ਨੇ ਬੀਬੀ ਨੂੰ ਸ਼ਾਬਾਸ਼ ਦਿੱਤੀ। ਹੁਣ ਦੇਰ ਹੋ ਗਈ ਸੀ, ਸਾਰੇ ਪਾਠ ਕਰਕੇ ਸੌਂ ਗਏ। ਸਵੇਰੇ ਪ੍ਰਾਤಃ ਕਾਲ ਸਿੰਘ ਉੱਠਦੇ ਹੁੰਦੇ ਸਨ। ਰੁੱਤ ਵੀ ਬਸੰਤ ਦੀ ਸੀ। ਉਸ ਜੰਗਲ ਦੇ ਵਿੱਚ ਈਸ਼ਵਰ ਦੇ ਨਾਮ ਦੀ ਮਹਿਮਾ ਨੇ ਉਹ ਰਸ ਬੱਧਾ ਕਿ ਬੈਕੁੰਠ ਭਾਸਣ ਲੱਗਾ। ਸਵੇਰ ਹੁੰਦੇ ਹੀ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਸੰਗਤ ਆ ਜੁੜੀ। ਪਹਿਲੇ ਸ਼ਾਮ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਬੀਬੀ ਸੁਰਸਤੀ ਦਾ ਸੰਕਲਪ ਆਪਣਾ ਜਨਮ ਧਰਮ ਅਰਥ ਬਤੀਤ ਕਰਨ ਦਾ ਹੈ ਔਰ ਘਰ ਬਾਹਰ ਸੁਲ੍ਹਾ ਜੰਗ ਹਰ ਥਾਂ ਭਰਾਵਾਂ ਦੀ ਸੇਵਾ ਕਰਨੀ ਚਾਹੁੰਦੀ ਹੈ। ਇਸ ਕਰਕੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਸੰਗਤਾਂ ਵਿੱਚ ਸਾਂਝੀ ਕਰਦੇ ਹਾਂ ਔਰ ਆਪਣੀ ਧਰਮ ਭੈਣ ਬਣਾਉਂਦੇ ਹਾਂ। ਸਰਬੱਤ ਖਾਲਸਾ ਇਹਨਾਂ ਨੂੰ ਆਪਣੇ ਮਾਤਾ ਸਾਹਿਬ ਦੇਵਾਂ ਜੀ ਅਤੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁੱਤਰੀ ਜਾਣੇ ਔਰ ਇਹਨਾਂ ਨਾਲ ਭੈਣਾਂ ਵਾਲਾ ਵਰਤਾਵ ਕਰੇ। ਫਿਰ ਅੰਮ੍ਰਿਤ ਛਕਾਇਆ ਗਿਆ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਨਾਮ ਸੁੰਦਰ ਕੌਰ ਰੱਖਿਆ ਗਿਆ, ਜੋ ਸੁੰਦਰੀ ਹੋ ਕੇ ਪ੍ਰਸਿੱਧ ਹੋਇਆ। ਖਾਲਸਾ ਜੀ ਦੀਆਂ ਖੁਸ਼ੀਆਂ ਦੀ ਹੱਦ ਕਿੱਥੇ ਸੀ। ਅੱਜ ਉਹ ਦਿਨ ਹੈ ਕਿ ਆਪਣੀ ਇੱਕ ਭੈਣ ਨੂੰ ਸ਼ੇਰ ਦੀਆਂ ਨੌਂਦਰਾਂ ਵਿੱਚੋਂ ਕੱਢ ਕੇ ਲੈ ਆਏ ਹਨ, ਤੇ ਅੱਜ ਉਹ ਧਰਮ ਦੀ ਜਗਦੇਵੀ ਤੇ ਆਪਣਾ ਬਲੀਦਾਨ ਦੇਣ ਲੱਗੀ ਹੈ, ਜੋ ਹੁਣ ਦਲ ਵਿੱਚ ਰਹਿ ਕੇ ਸਾਰੀ ਆਯੂ ਸੇਵਾ ਕਰੇਗੀ ਅਤੇ ਵੀਰਾਂ ਦੇ ਦੁੱਖ ਵੰਡਾਏਗੀ। ਸਾਰੀ ਫੌਜ ਵਿੱਚ ਕਿਹੜਾ ਪੁਰਖ ਸੀ ਜਿਸ ਦੇ ਸਿਰੋਂ ਇਸਤਰੀ ਦਾ ਕੋਮਲ ਪ੍ਰੇਮਮਈ ਤੇ ਦਇਆਵਾਨ ਛਾਇਆ ਨਹੀਂ ਉੱਡ ਚੁੱਕਾ ਸੀ। ਕਿਹੜਾ ਸੀ ਜੋ ਮਾਤਾ ਭੈਣ ਜਾਂ ਵਹੁਟੀ ਦੇ ਪਵਿੱਤਰ ਸੰਬੰਧ ਤੋਂ ਧਰਮ ਦੀ ਖਾਤਰ ਇਸ ਤਰ੍ਹਾਂ ਵਿਛੜ ਨਹੀਂ ਚੁੱਕਾ ਸੀ ਔਰ ਮੁੱਦਤਾਂ ਤੋਂ ਖੁਰਦਰਾ ਫੌਜੀ ਜੀਵਨ ਬਤੀਤ ਨਹੀਂ ਕਰ ਰਿਹਾ ਸੀ। ਆਹ ਪਿਆਰੇ ਪਾਠਕ, ਉਸ ਪੰਥ ਹਿੱਤ ਕੁਰਬਾਨ ਹੋਣ ਵਾਲੇ ਜਥੇ ਵਿੱਚ ਇਸ ਧਰਮੀ ਕੰਨਿਆ ਦੀ ਕੁਰਬਾਨੀ ਨੇ ਉਹ ਪਵਿੱਤਰ ਅਸਰ ਪੈਦਾ ਕੀਤਾ ਕਿ ਸਭ ਨੇ ਉਸ ਨੂੰ ਮਾਤਾ ਜਾਂ ਭੈਣ ਸਮਝ ਕੇ ਇਸ ਆਨੰਦ ਨਾਲ ਗੁਰੂ ਸਾਹਿਬ ਜੀ ਦੇ ਧੰਨਵਾਦ ਕੀਤੇ ਕਿ ਜਿਨ੍ਹਾਂ ਦੀ ਸਮਝ ਉਸ ਵੇਲੇ ਠੀਕ ਆਉਂਦੀ ਹੈ ਜਿਸ ਵੇਲੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਮਨ ਸੁਤੇ ਹੀ ਕਰਤਾਰ ਵੱਲ ਖਿੱਚਿਆ ਜਾਂਦਾ ਹੈ। ਹੇ ਸਿੱਖ ਧਰਮ ਦੇ ਸੱਜਣੋ, ਇਸ ਪਵਿੱਤਰ ਸਮੇਂ ਨੂੰ ਯਾਦ ਕਰਕੇ ਇੱਕ ਵੇਰੀ ਤਾਂ ਦੋ ਪਵਿੱਤਰ ਹੰਝੂ ਡੇਗ ਦਿਓ। ਇਹ ਕਿਹਾ ਪਵਿੱਤਰ ਸਮਾਂ ਸੀ। ਉਹ ਕਿਹੜਾ ਸਤਯੁਗ ਸੀ ਕਿ ਆਪਣੇ ਵਿੱਚ ਇੱਕ ਮੁਟਿਆਰ ਕਾਕੀ ਨੂੰ ਵੇਖ ਕੇ ਸਾਰੀ ਫੌਜ ਨੇ ਹਾਂ ਹਾਂ ਪਵਿੱਤਰਤਾ ਦੀ ਦੇਵੀ ਤੇ ਸਕੀ ਭੈਣ ਵਾਲੀ ਭਾਵਨਾ ਨਾਲ ਵੇਖਿਆ। ਸਭ ਨੇ ਭੈਣ ਸਕੀ ਭੈਣ ਜਾਣ ਕੇ ਸੀਸ ਨਿਵਾਇਆ ਤੇ ਖੁਸ਼ੀ ਮਨਾਈ। ਇੱਥੇ ਇਹ ਦੱਸ ਦੇਣਾ ਬਣਦਾ ਹੈ ਕਿ ਕਈ ਪੱਛਮੀ ਪੋਥੀਆਂ ਦੇ ਪਾਠਕ ਸਿੱਖਾਂ ਦੀਆਂ ਐਸੀਆਂ ਖੂਬੀਆਂ ਨੂੰ ਮੰਨਣ ਵੇਲੇ ਸ਼ੱਕ ਵਿੱਚ ਚਲੇ ਜਾਂਦੇ ਹਨ, ਪਰ ਉਸ ਵੇਲੇ ਦੇ ਅੱਖੀਂ ਦੇਖਣ ਵਾਲੇ ਤੇ ਦੁਸ਼ਮਣੀ ਰੱਖਣ ਵਾਲੇ ਲੇਖਕ ਸਿੱਖਾਂ ਦੀ ਇਸ ਖੂਬੀ ਦੀ ਐਉਂ ਸ਼ਾਖ ਭਰਦੇ ਸਨ। ਕਾਜ਼ੀ ਨੂਰ ਮੁਹੰਮਦ ਆਪਣੇ ਜੰਗਨਾਮੇ ਵਿੱਚ ਲਿਖਦਾ ਹੈ ਕਿ ਜਨਾ ਹਮ ਨਬਾਸ਼ਦ ਮਿਆਨੇ ਸਗਾਂ ਨ ਦੁਜ਼ਦੀ ਬਬਦ
ਕਾਰਿਆ ਬਦਰਕਾਂ ਕਿ ਜਾਨੀਓ ਸ਼ਾਰਕ ਨਾ ਦਰੰਦ ਦੋਸਤ। ਅਰਥ ਸਗਾਂ ਸਿੱਖਾਂ ਤੋਂ ਭਾਵ ਹੈ ਸਗਾਂ ਦੇ ਵਿਚਕਾਰ ਵਿਵਚਾਰ ਨਹੀਂ ਹੁੰਦਾ ਤੇ ਇਹਨਾਂ ਚੰਦਰਿਆਂ ਦਾ ਕੰਮ ਚੋਰੀ ਕਰਨਾ ਵੀ ਨਹੀਂ ਹੈ। ਵਿਵਚਾਰੀ ਤੇ ਚੋਰ ਨੂੰ ਇਹ ਮਿੱਤਰ ਨਹੀਂ ਬਣਾਉਂਦੇ। ਸਗ ਦੇ ਅਰਥ ਕੁੱਤੇ ਹਨ। ਇਸ ਲੇਖਕ ਨੇ ਇਸ ਕਿਤਾਬ ਵਿੱਚ ਜਿੱਥੇ ਵੀ ਸਿੱਖਾਂ ਦਾ ਜ਼ਿਕਰ ਕੀਤਾ ਹੈ ਤੁਅੱਸਬ ਨਾਲ ਸਗ ਸ਼ਬਦ ਵਰਤਿਆ ਹੈ, ਪਰ ਫਿਰ ਆਪੇ ਕਿਹਾ ਹੈ ਕਿ ਇਹ ਠੀਕ ਸਿੰਘ ਹਨ, ਇਹ ਸ਼ੇਰ ਹਨ। ਇਹ ਪਵਿੱਤਰਤਾ ਸੀ ਜੋ ਸਤਿਗੁਰਾਂ ਨੇ ਸਿਖਾਈ ਸੀ। ਕੌਮ ਤਦੋਂ ਗੁਰੂ ਪ੍ਰੇਮ ਨਾਲ ਆਪਾਵਾਰ ਕੁਰਬਾਨੀਆਂ ਕਰਦੀ ਸੀ। ਗੁਰੂ ਪ੍ਰੇਮ ਨਾਲ ਪਰੋਤੀ ਪਈ ਸੀ ਤੇ ਨਾਮ ਬਾਣੀ ਦੇ ਆਸਰੇ ਜਿਉਂਦੀ ਸੀ। ਜਦ ਦੀਵਾਨ ਸਮਾਪਤ ਹੋਇਆ ਤਾਂ ਲੰਗਰ ਦੀ ਸੇਵਾ ਵਿੱਚ ਸੁੰਦਰੀ ਜੀ ਨੇ ਟਹਿਲਾ ਕੀਤਾ ਔਰ ਸਭ ਨੇ ਆਨੰਦ ਨਾਲ ਪ੍ਰਸ਼ਾਦ ਛਕਿਆ। ਇਸ ਪ੍ਰਕਾਰ ਉਸ ਧਰਮੀ ਬੀਬੀ ਨੂੰ ਖਾਲਸੇ ਜੀ ਦੀ ਸੇਵਾ ਕਰਦਿਆਂ ਕੁਝ ਸਮਾਂ ਬੀਤਿਆ।